First question, write the electron dot structures for sodium, oxygen, magnesium. ਇਹਨਾਂ ਤਿੰਨਾਂ ਦੇ ਆਪਾਂ ਇਲੈਕਟ੍ਰੋਨਸ ਦਾ ਸਟਰਕਚਰ ਸ਼ੋ ਕਰਨਾ ਹੈ ਡਾਟਸ ਲਗਾ ਕੇ। ਤਾਂ ਫਸਟ ਹੈ ਸੋਡੀਅਮ। ਸੋਡੀਅਮ ਦਾ ਐਟੋਮਿਕ ਨੰਬਰ ਹੈ 11। ਤਾਂ ਜੋ ਐਟੋਮਿਕ ਸਟਰਕਚਰ ਹੈ ਉਹ ਸ਼ੈਲਸ ਦੇ ਵਿੱਚ ਕੰਮ ਕਰਦਾ ਹੈ, 3 ਸ਼ੈਲਸ KLM। ਤਾਂ ਸਭ ਤੋਂ ਪਹਿਲੇ ਸ਼ੈਲ ਵਿੱਚ ਹਮੇਸ਼ਾ ਹੀ 2 ਇਲੈਕਟ੍ਰੋਨਸ ਹੋਣਗੇ ਐਂਡ ਸੈਕਿੰਡ ਦੇ ਵਿੱਚ 8, ਯਾਨੀ ਕਿ 8 ਤੋਂ ਜ਼ਿਆਦਾ ਨਹੀਂ ਹੋ ਸਕਦੇ। ਤਾਂ KLM 2, 8 ਐਂਡ ਲਾਸਟ M 'ਚ ਕਿੰਨੇ ਰਹਿ ਗਏ 1। ਤਾਂ ਇਲੈਕਟ੍ਰੋਨ ਡਾਟ ਸਟਰਕਚਰ ਇਸ ਦਾ ਹੈ Na ਔਰ ਨਾਲ ਦੇਖੋ ਰੈੱਡ ਡਾਟ ਲਗਾ ਕੇ ਸ਼ੋ ਕੀਤਾ ਹੋਇਆ ਕਿਉਂਕਿ ਲਾਸਟ ਸ਼ੈਲ M ਦੇ ਵਿੱਚ ਸਿਰਫ 1 ਇਲੈਕਟ੍ਰੋਨ ਹੈ ਔਰ ਨਾਲ ਐਟੋਮਿਕ ਸਟਰਕਚਰ ਦਿਖਾਇਆ ਗਿਆ। ਇਸ ਦੇ ਵਿੱਚ ਵੀ 3 ਸ਼ੈਲ, ਬਿਲਕੁਲ ਵਿਚਕਾਰ ਵਾਲਾ ਸ਼ੈਲ K ਜਿਸ ਦੇ ਵਿੱਚ 2 ਇਲੈਕਟ੍ਰੋਨ, ਉਸ ਤੋਂ ਬਾਅਦ ਚੋਂ L ਜਿਸ ਦੇ ਵਿੱਚ 8 ਇਲੈਕਟ੍ਰੋਨ ਐਂਡ ਲਾਸਟ M ਜਿਸ ਦੇ ਵਿੱਚ 1 ਇਲੈਕਟ੍ਰੋਨ ਦਿਖਾਇਆ। ਨੈਕਸਟ ਹੈ ਆਕਸੀਜਨ ਔਰ ਇਸ ਦਾ ਐਟੋਮਿਕ ਨੰਬਰ ਹੈ 8। ਸੋ ਇਸ ਦੇ ਸ਼ੈਲਸ K ਦੇ ਵਿੱਚ 2 ਇਲੈਕਟ੍ਰੋਨ, L ਦੇ ਵਿੱਚ 6 ਇਲੈਕਟ੍ਰੋਨ ਐਂਡ ਲਾਸਟ M ਵਿੱਚ ਕੋਈ ਵੀ ਇਲੈਕਟ੍ਰੋਨ ਨਹੀਂ ਹੋਏਗਾ। ਤਾਂ ਇਸ ਦਾ ਲਾਸਟ ਸ਼ੈਲ ਕੀ ਬਣਿਆ L। ਔਰ ਦੇਖੋ ਇਲੈਕਟ੍ਰੋਨ ਡਾਟ ਸਟਰਕਚਰ ਵਿੱਚ ਆਕਸੀਜਨ ਵਿੱਚ ਆਪਾਂ ਛੋਟੇ ਕ੍ਰਾਸ ਦੇ ਨਾਲ ਇਲੈਕਟ੍ਰੋਨ ਬਣਾਏ ਆ ਜੋ ਕੀ ਹੈ ਟੋਟਲ 6 ਔਰ ਸੇਮ ਐਜ਼ ਐਟੋਮਿਕ ਸਟਰਕਚਰ ਵੀ ਬਣਾਇਆ ਇਸ ਦਾ। ਥਰਡ ਪਾਰਟ ਹੈ ਮੈਗਨੀਸ਼ੀਅਮ, ਐਟੋਮਿਕ ਨੰਬਰ 12। KLM ਸ਼ੈਲਸ ਦੇ ਵਿੱਚ 282 ਯਾਨੀ ਕਿ ਇਲੈਕਟ੍ਰੋਨਿਕ ਕੌਨਫੀਗਰੇਸ਼ਨ ਇਸ ਦੀ ਹੈ ਔਰ ਸੇਮ ਐਜ਼ ਲਾਸਟ ਸ਼ੈਲ M ਇਲੈਕਟ੍ਰੋਨ 2। ਤਾਂ ਇਲੈਕਟ੍ਰੋਨ ਡਾਟ ਸਟਰਕਚਰ Mg ਔਰ ਨਾਲ 2 ਇਲੈਕਟ੍ਰੋਨ ਔਰ ਨਾਲ ਐਟੋਮਿਕ ਸਟਰਕਚਰ। ਸੈਕੰਡ ਕੁਐਸਚਨ ਹੈ ਸ਼ੋ ਦੀ ਫਾਰਮੇਸ਼ਨ ਆਫ Na2O ਐਂਡ MgO ਬਾਈ ਦੀ ਟ੍ਰਾਂਸਫਰ ਆਫ ਇਲੈਕਟ੍ਰੋਨਸ। ਇਲੈਕਟ੍ਰੋਨਸ ਟ੍ਰਾਂਸਫਰ ਹੁੰਦੇ ਆ ਅਗਰ ਕਦੇ ਵੀ ਕੋਈ 2 ਐਲੀਮੈਂਟਸ ਹੈ ਜੋ ਮਿਲਦੇ ਆ, ਜਿਸ ਤਰ੍ਹਾਂ Na ਔਰ O ਮਿਲ ਰਹੇ ਆ, Mg ਜਾਂ O ਮਿਲ ਰਹੇ ਆ। ਤਾਂ ਆਨਸਰ ਵਿੱਚ ਦੇਖੋ ਸੋਡੀਅਮ ਕੋਲੇ ਆਪਾਂ ਕੀਤਾ ਸੀ ਲਾਸਟ ਸ਼ੈਲ ਵਿੱਚ ਸਿਰਫ 1 ਇਲੈਕਟ੍ਰੋਨ ਹੁੰਦਾ ਹੈ ਐਂਡ ਆਕਸੀਜਨ ਕੋਲੇ 6 ਹੁੰਦੇ ਆ, ਪਰ 2 ਦੀ ਜਗ੍ਹਾ ਖਾਲੀ ਹੈ ਤਾਂ ਸੋਡੀਅਮ ਦੇ ਉਹੀ 2 ਇਲੈਕਟ੍ਰੋਨਸ ਜਾ ਕੇ ਆਕਸੀਜਨ ਨਾਲ ਕੰਬਾਈਨ ਕਰਨਗੇ। ਤਾਂ ਸੋਡੀਅਮ ਨੇ ਆਪਣੇ 2 ਇਲੈਕਟ੍ਰੋਨ ਦੇਤੇ ਤਾਂ ਉਸ ਦਾ ਚਾਰਜ ਆ ਗਿਆ ਪੋਜ਼ੀਟਿਵ ਐਂਡ ਆਕਸੀਜਨ ਨੇ 2 ਇਲੈਕਟ੍ਰੋਨ ਲਏ ਆ, ਉਸ ਦਾ ਚਾਰਜ ਆਇਆ 2 ਨੈਗੇਟਿਵ। ਤਾਂ ਕੀ ਫਾਰਮ ਹੋਇਆ Na2O। ਫਾਰਮੇਸ਼ਨ ਆਫ MgO, ਮੈਗਨੀਸ਼ੀਅਮ ਦੇ ਲਾਸਟ ਸ਼ੈਲ ਵਿੱਚ 2 ਇਲੈਕਟ੍ਰੋਨਸ ਔਰ ਉਹੀ ਆਕਸੀਜਨ ਦੇ ਨਾਲ ਕੰਬਾਈਨ ਹੋਣਗੇ ਐਂਡ ਮੈਗਨੀਸ਼ੀਅਮ ਕੋਲੇ ਕੀ ਹੈ 2 ਪੋਜ਼ੀਟਿਵ ਚਾਰਜ ਹੋ ਜਾਏਗਾ ਕਿਉਂਕਿ 2 ਇਲੈਕਟ੍ਰੋਨ ਦੇ ਚੁੱਕਿਆ ਉਹ ਐਂਡ ਆਕਸੀਜਨ ਦੇ ਸਾਰੇ ਇਲੈਕਟ੍ਰੋਨ ਫਿਲ ਹੋ ਜਾਣਗੇ ਬਟ ਉਸਨੇ 2 ਇਲੈਕਟ੍ਰੋਨ ਲਏ ਆ ਤਾਂ ਉਸ 'ਤੇ ਚਾਰਜ ਆਏਗਾ 2 ਨੈਗੇਟਿਵ। ਤਾਂ ਇਸ ਤਰੀਕੇ ਨਾਲ ਕੀ ਬਣ ਜਾਏਗਾ MgO। ਨੈਕਸਟ ਕੁਐਸਚਨ ਹੈ ਵਟ ਆਰ ਦੀ ਆਇਨਸ ਪ੍ਰੈਜੈਂਟ ਇਨ ਦੀਜ਼ ਕੰਪਾਊਂਡਸ। ਹੁਣ ਇਹਨਾਂ ਕੰਪਾਊਂਡਸ 'ਚ ਆਇਨਸ ਕਿਹੜੇ ਕਿਹੜੇ ਆ। ਹੁਣੇ ਤੁਹਾਨੂੰ ਦੱਸਿਆ ਕਿ ਸੋਡੀਅਮ ਕੋਲੇ ਕੀ ਹੈ ਪੋਜ਼ੀਟਿਵ ਚਾਰਜ ਕਿਉਂਕਿ 1 ਇਲੈਕਟ੍ਰੋਨ ਸੀ ਉਸਨੇ ਆਕਸੀਜਨ ਨੂੰ ਦੇਤਾ ਔਰ ਆਕਸੀਜਨ ਕੋਲੇ 2 ਨੈਗੇਟਿਵ ਹੋ ਜਾਏਗਾ ਕਿਉਂਕਿ ਉਸਨੇ 2 ਸੋਡੀਅਮ ਤੋਂ ਇਲੈਕਟ੍ਰੋਨਸ ਲਏ ਹੈ। ਔਰ MgO ਦੇ ਵਿੱਚ ਕੀ ਹੈ ਆਕਸੀਜਨ ਕੋਲੇ 2 ਨੈਗੇਟਿਵ ਐਂਡ ਮੈਗਨੀਸ਼ੀਅਮ ਕੋਲੇ 2 ਪੋਜ਼ੀਟਿਵ। ਨੈਕਸਟ ਕੁਐਸਚਨ ਵਾਈ ਡੂ ਆਇਨਿਕ ਕੰਪਾਊਂਡਸ ਹੈਵ ਹਾਈ ਮੈਲਟਿੰਗ ਪੁਆਇੰਟ। ਕੋਈ ਵੀ ਆਇਨਿਕ ਕੰਪਾਊਂਡ ਹੈ ਜਿਵੇਂ MgO ਜਾਂ Na2O ਇਹਨਾਂ ਦਾ ਮੈਲਟਿੰਗ ਪੁਆਇੰਟ ਜ਼ਿਆਦਾ ਕਿਉਂ ਹੁੰਦਾ। ਤਾਂ ਆਨਸਰ ਹੈ ਬੱਚੇ ਫਸਟ ਪੁਆਇੰਟ, ਇੱਕ ਤਾਂ ਆਇਨਿਕ ਕੰਪਾਊਂਡਸ ਆਇਨਸ ਤੋਂ ਬਣਦੇ ਆ ਮੋਲੀਕਿਊਲਸ ਤੋਂ ਨਹੀਂ। ਤਾਂ ਆਇਨਸ ਕੀ ਹੋਣਗੇ ਪੋਜ਼ੀਟਿਵ ਹੋਣਗੇ ਐਂਡ ਨੈਗੇਟਿਵ ਹੋਣਗੇ ਔਰ ਇਹ ਦੋਨੋਂ ਆਪਸ ਵਿੱਚ ਇਕੱਠੇ ਮਿਲ ਕੇ ਰਹਿਣਗੇ। ਤਾਂ ਇਸ ਦਾ ਮਤਲਬ ਕੀ ਹੈ ਇੱਕ ਇਲੈਕਟ੍ਰੋਸਟੈਟਿਕ ਫੋਰਸ ਹੋਏਗੀ ਅਟਰੈਕਸ਼ਨ ਦੀ ਜੋ ਕਿ ਬਹੁਤ ਸਟਰੋਂਗ ਹੋਏਗੀ ਕਿਉਂਕਿ ਆਪੋਜ਼ਿਟਲੀ ਚਾਰਜ ਆਇਨਸ ਹੋਣਗੇ। ਤਾਂ ਇਹੀ ਫੋਰਸ ਆਫ ਅਟਰੈਕਸ਼ਨ ਬਹੁਤ ਜ਼ਿਆਦਾ ਸਟਰੋਂਗ ਹੋਏਗੀ ਤਾਂ ਕਰਕੇ ਜਿਹੜੇ ਆਪਣੇ ਆਇਨਿਕ ਕੰਪਾਊਂਡਸ ਆ ਉਹਨਾਂ ਦੇ ਮੈਲਟਿੰਗ ਪੁਆਇੰਟ ਬਹੁਤ ਜ਼ਿਆਦਾ ਹਾਈ ਹੋਣਗੇ ਐਜ਼ ਕੰਪੇਅਰ ਟੂ ਕਿ ਅਗਰ ਆਪਾਂ ਸਿੰਪਲ ਜਿਸ ਤਰ੍ਹਾਂ ਇਕੱਲਾ ਸੋਡੀਅਮ ਜਾਂ ਇਕੱਲੀ ਆਕਸੀਜਨ ਇਸ ਤਰ੍ਹਾਂ ਦੇਖੀਏ ਤਾਂ ਆਇਨਿਕ ਕੰਪਾਊਂਡਸ ਦੇ ਮੈਲਟਿੰਗ ਪੁਆਇੰਟਸ ਹਾਈ ਹੋਣਗੇ। ਤਾਂ ਇੱਥੋਂ ਤੱਕ ਤੁਸੀਂ ਆਪਣੇ ਕੁਐਸਚਨ ਆਨਸਰ ਕੰਪਲੀਟ ਕਰਨੇ ਆ। ਥੈਂਕ ਯੂ ਸਟੂਡੈਂਟਸ।